ਸਾਡੇ ਪਹਿਲੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ ਉਹਦਾ ਮੂੰਹ ਤੋੜਵਾ ਜਵਾਬ ਦੇ ਕੇ ਜੁਰਮ ਦਾ ਤੇ ਸਰਕਾਰਾਂ ਦਾ ਉਸ ਸਮੇਂ ਦੀਆਂ ਦਾ ਮੂੰਹ ਭੰਨ ਦਿੱਤਾ ਸੀ। ਸਾਡੀ ਨੀਂਹ ਤਾਂ ਸੰਘਰਸ਼ ਦੀ ਉਦੋਂ ਹੀ ਰੱਖੀ ਗਈ ਸੀ। ਮੈਂ ਉਸ ਸਮੇਂ ਭਾਵੇਂ ਬੱਚੀ ਸੀ ਪਰ ਮੇਰੇ ਇਮੋਸ਼ਨਸ ਤੇ ਮੈਂ ਫੀਲ ਕਰ ਸਕਦੀ ਉਹ ਸਮਾਂ, ਉਹ ਦਿਹਾੜੇ, ਉਹ ਘਟਨਾਵਾਂ, ਉਹ ਘਾਟੇ, ਉਹ ਜ਼ਖਮ ਜਿਹੜੇ ਰਿਸਦੇ ਨਹੀਂ ਦੁਖਦੇ ਨੇ। ਮਾਮਾ ਜੀ ਵੀ ਇੱਕ ਮੇਰੇ ਫਾਦਰ ਸਾਹਿਬ ਦੇ ਨਾਲ ਸ਼ਹੀਦ ਹੋਏ। ਮੇਰੇ ਨਾਨਕੇ ਪਰਿਵਾਰ ਨੂੰ ਵੀ ਗੋਲੀ ਦਾ ਡਰ ਹੈ, ਕੋਈ ਘਰ ਨਹੀਂ, ਕੋਈ ਬਾਹਰ ਨਹੀਂ, ਸਮਝ ਨਹੀਂ ਆਉਂਦੀ ਕਿੱਥੇ ਜਾਈਏ। ਜੇ ਹਾਲਾਤਾਂ ਦੇ ਵਿੱਚ ਜਦੋਂ ਥੋੜਾ ਜਿਹਾ ਪਤਾ ਲੱਗਿਆ ਕਿ ਮੇਰੇ ਮਦਰ ਜਿੰਦਾ ਨੇ, ਅਸੀਂ ਉਹਨਾਂ ਨੂੰ ਮਿਲੇ ਤਾਂ ਮੇਰੇ ਦਾਦੀ ਜੀ ਨੂੰ ਕਿਸੇ ਨੇ ਕਿਹਾ ਵੀ ਮਾਤਾ ਜੀ ਐਂ ਲੱਗਦਾ ਜਿਵੇਂ ਪਾਕਿਸਤਾਨ ਨਾਲ ਨਾ ਜੰਗ ਲੱਗ ਜਾਣੀ ਹੈ, ਮਾਹੌਲ ਇਸ ਤਰ੍ਹਾਂ ਦੇ ਬਣੇ ਹੋਏ ਆ। ਉਹ ਸ਼ਬਦ ਨਾ ਮੇਰੇ ਕੰਨਾਂ 'ਚ ਗੂੰਜਦੇ, ਸ਼ੀ ਸੈਡ ਵੀ ਸਾਡੇ ਭਾ ਦੀ ਤਾਂ 6 ਜੂਨ ਦੀ ਜੰਗ ਲੱਗੀ ਹੈ। ਆਪਣੇ ਜਜ਼ਬਿਆਂ ਤੇ ਜਜ਼ਬਾਤਾਂ ਨੂੰ, ਆਪਣੇ ਜ਼ਖਮਾਂ ਨੂੰ ਆਪਣੇ ਹਿਰਦਿਆਂ ਵਿੱਚ ਸਮੇਟ ਕੇ ਬੈਠੇ ਹੋਏ ਗੁਰੂ ਪੰਥ ਜੀਓ, ਸਭ ਤੋਂ ਪਹਿਲਾਂ ਦਸਵੇਂ ਪਿਤਾ ਦੀ ਫਤਿਹ ਨਾਲ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਕੌਮ ਦੇ ਬਹੁਤ ਹੀ ਸੁਹਿਰਦ ਤੇ ਪੰਥ ਪ੍ਰਸਤ ਪੰਥ ਪ੍ਰਤੀ ਦਰਦ ਰੱਖਣ ਵਾਲੇ ਆਗੂਆਂ ਨੇ, ਵੱਡਿਆਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਟੌਪਿਕ ਇਸ ਤਰ੍ਹਾਂ ਦਾ ਰਹਿ ਗਿਆ ਹੋਵੇ ਜਿਹੜਾ ਅੱਜ ਦੇ ਦਿਨ ਛੋਹਿਆ ਜਾਣਾ ਚਾਹੀਦਾ ਸੀ। ਪਰ ਫਿਰ ਵੀ ਇਹ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਇਹ ਸਮਾਂ, ਇਹ ਮਾਹੌਲ, ਇਹ ਪਲ ਪਲ ਉਹਨਾਂ ਵੱਡਿਆਂ ਦੀ ਯਾਦ, ਉਹਨਾਂ ਸ਼ਹੀਦਾਂ ਦੀਆਂ ਯਾਦਾਂ ਐਸੀਆਂ ਨੇ ਕਿ ਅਸੀਂ ਆਪਣੇ ਜਜ਼ਬਾਤਾਂ ਨੂੰ ਨਾ ਚਾਹੁੰਦੇ ਹੋਏ ਵੀ ਅੰਦਰ ਸਮੇਟ ਕੇ ਨਹੀਂ ਰੱਖ ਸਕਦੇ। ਕੌਮ ਦੇ ਘਰ ਬਣਾਉਣ ਦੀਆਂ ਗੱਲਾਂ ਚੱਲੀਆਂ ਨੇ, ਖਾਲਿਸਤਾਨ ਦੀਆਂ ਗੱਲਾਂ ਚੱਲੀਆਂ ਨੇ, ਮੁੱਢੋਂ ਹੀ ਨਕਾਰਿਆ ਗਿਆ ਹੈ ਵੱਧ ਅਧਿਕਾਰਾਂ ਨੂੰ, ਬਿਲਕੁਲ ਠੀਕ ਹੈ। ਜ਼ੋਰਦਾਰ ਸ਼ਬਦਾਂ ਵਿੱਚ ਅੰਦਰੋਂ ਇਸ ਚੀਜ਼ ਦੀ ਅਸੀਂ ਪ੍ਰੋੜਤਾ ਕਰਦੇ ਹਾਂ। ਪਰ ਮੈਨੂੰ ਬੈਠੀ ਨੂੰ ਵਾਰ-ਵਾਰ ਇੱਥੇ ਮਹਿਸੂਸ ਜੋ ਮੈਂ ਕਰ ਰਹੀ ਸੀ, ਆਤਮ ਚਿੰਤਨ ਕਰ ਰਹੀ ਸੀ, ਤਾਂ ਉਹ ਸੋਚਾਂ ਦੇ ਵਿੱਚੋਂ 2-4 ਫੁਰਨੇ ਜਿਹੜੇ ਉਹ ਸਪਸ਼ਟ ਹੋ ਰਹੇ ਸੀ ਜੋ ਮੈਨੂੰ ਸਾਂਝੇ ਕਰਨੇ ਬਣਦੇ। ਮੈਂ ਬਹੁਤਾ ਸਮਾਂ ਨਹੀਂ ਲਵਾਂਗੀ ਕਿਉਂਕਿ ਪ੍ਰੋਗਰਾਮ ਕਾਫੀ ਸਮੇਂ ਤੋਂ ਅਸੀਂ ਬੈਠੇ ਹਾਂ ਔਰ ਗੁਰੂ ਦੇ ਦਰ 'ਤੇ ਵੀ ਅਸੀਂ ਮੇਰਾ ਖਿਆਲ ਹਾਜ਼ਰੀ ਭਰਨੀ ਹੈ, ਜਾ ਕੇ ਉੱਥੇ ਅਰਦਾਸ ਬੇਨਤੀ ਕਰਨੀ ਹੈ। ਵੱਖ-ਵੱਖ ਲਾਈਨਾਂ ਸਮੇਂ-ਸਮੇਂ 'ਤੇ ਸਾਡੇ ਨਾਲ ਸਰਕਾਰਾਂ ਨੇ ਸਾਡੇ ਅੱਗੇ ਖਿੱਚੀਆਂ, ਸਾਡੀ ਬਾਉਂਡਰੀ ਬਣਾਈ ਹੈ। ਵੇਖੋ, ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਸਾਡੀ ਸਰਕਾਰਾਂ ਦੇ ਨਾਲ ਨਾ ਅੱਜ ਬਣੇ, ਨਾ ਕੱਲ੍ਹ ਬਣੇ, ਨਾ ਪਿੱਛੇ ਬਣੀ ਸੀ ਤੇ ਨਾ ਹੁਣ ਬਣ ਰਹੀ ਹੈ। ਸਾਡੇ ਪਹਿਲੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ ਉਹਦਾ ਮੂੰਹ ਤੋੜਵਾ ਜਵਾਬ ਦੇ ਕੇ ਜੁਰਮ ਦਾ ਤੇ ਸਰਕਾਰਾਂ ਦਾ ਉਸ ਸਮੇਂ ਦੀਆਂ ਦਾ ਮੂੰਹ ਭੰਨ ਦਿੱਤਾ ਸੀ। ਸਾਡੀ ਨੀਂਹ ਤਾਂ ਸੰਘਰਸ਼ ਦੀ ਉਦੋਂ ਹੀ ਰੱਖੀ ਗਈ ਸੀ। ਸਮੇਂ-ਸਮੇਂ ਦੇ ਵਿੱਚ ਸ਼ਹੀਦਾਂ ਦੇ ਖੂਨ ਦੇ ਨਾਲ ਗੁੜਤੀਆਂ ਇਸ ਸੰਘਰਸ਼ ਦੇ ਵਿੱਚ ਜਿਹੜੀਆਂ ਉਸ ਦੀਵੇ ਦੇ ਵਿੱਚ ਤੇਲ ਪੈਂਦਾ ਰਿਹਾ, ਚਿਣਗਾਂ ਜਗਦੀਆਂ ਰਹੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨੇ ਇੱਕ ਸ਼ਹੀਦਾਂ ਦੀ ਲੜੀ ਤੋੜ ਦਿੱਤੀ। ਮੀਰੀ ਪੀਰੇ ਦੇ ਮਾਲਕ ਨੇ ਸਾਨੂੰ 2 ਸਿਧਾਂਤ ਦਿੱਤੇ, ਜਿੱਥੇ ਸੰਤ ਹੈ ਖਾਲਸਾ ਉੱਥੇ ਨਾਲ ਸਿਪਾਹੀ ਵੀ ਹੋਏਗਾ। ਆਪਣੀ ਵਿਲੱਖਣਤਾਈ ਨੂੰ ਦੁਨੀਆ ਦੇ ਵਿੱਚ ਨਿਵੇਕਲੇ ਤੌਰ ਤੇ ਕਿਵੇਂ ਪ੍ਰਗਟ ਕਰਨਾ ਹੈ ਤੇ ਸਾਡੀ ਸ਼ਖਸੀਅਤ ਵਿੱਚੋਂ ਕੌਮ ਤੇ ਕੌਮੀਅਤ ਕਿਵੇਂ ਝੱਲਣੀ ਹੈ, ਇਸ ਗੱਲ ਦਾ ਪ੍ਰਗਟਾਵਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਨੇ ਸੰਪੂਰਨਤਾ ਬਖਸ਼ੀ ਤੇ ਸਾਨੂੰ ਕਕਾਰਾਂ ਦੇ ਧਾਰਨੀ ਬਣਾਇਆ, ਸਾਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਜੋੜਿਆ। ਪਰ ਸਰਕਾਰਾਂ ਤਾਂ ਕਿਉਂਕਿ ਮੁੱਢੋਂ ਕਰੀਮੋਂ ਹੀ ਸਾਡੀ ਦੁਸ਼ਮਣ ਰਹੀਆਂ ਨੇ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ, ਅਸੀਂ ਭਾਵੇਂ ਬਹੁਤ ਥੋੜੇ ਗਿਣਤੀ ਵਿੱਚ ਸੀ ਪਰ ਸਰਕਾਰਾਂ ਇਹ ਕਦੇ ਵੀ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਉਹਨਾਂ ਦੇ ਹੀ ਦੇਸ਼ ਦੇ ਵਿੱਚ ਉਹਨਾਂ ਨੂੰ ਹੀ ਸੱਚ ਦਾ ਸ਼ੀਸ਼ਾ ਵਿਖਾਉਣ ਵਾਲੀ ਕੋਈ ਨਿਰਭੈ ਕੌਮ ਜਿਹੜੀ ਆ ਉਹ ਸਾਡੇ ਉੱਤੇ ਕਿੰਤੂ ਪਰੰਤੂ ਕਰੇ, ਅਜਿਹਾ ਉਹਨਾਂ ਨੂੰ ਕਦੇ ਹੀ ਹਜਮ ਨਹੀਂ ਹੁੰਦਾ। ਪਰ ਜਿਹੜੀਆਂ ਅਸੀਂ ਐਨਾਲਿਸਿਸ ਕਰਨ ਵਾਲੀ, ਸੈਲਫ ਡਾਇਗਨੋਸ ਕਰਨ ਵਾਲੀ ਗੱਲ ਇਹ ਹੈ ਕਿ ਇੰਨੀਆਂ ਕੁਰਬਾਨੀਆਂ, ਇੰਨੀਆਂ ਸ਼ਹਾਦਤਾਂ, ਇੰਨਾ ਕੁਛ ਗਵਾਉਣ ਦੇ ਬਾਵਜੂਦ, ਦੇਖੋ ਮੈਂ ਉਸ ਸਮੇਂ ਭਾਵੇਂ ਬੱਚੀ ਸੀ ਪਰ ਮੇਰੇ ਇਮੋਸ਼ਨਸ ਤੇ ਮੈਂ ਫੀਲ ਕਰ ਸਕਦੀ ਹਾਂ ਉਹ ਸਮਾਂ, ਉਹ ਦਿਹਾੜੇ, ਉਹ ਘਟਨਾਵਾਂ, ਉਹ ਘਾਟੇ, ਉਹ ਜ਼ਖਮ ਜਿਹੜੇ ਰਿਸਦੇ ਨਹੀਂ ਦੁਖਦੇ ਨੇ। ਤੇ ਮੈਂ ਹੁਣ ਇਹ ਸੋਚ ਰਹੀ ਸੀ ਕਿ ਸਾਡੇ ਕੋਲੇ ਗਵਾਉਣ ਨੂੰ ਕੀ ਬਚਿਆ।
ਅਸੀਂ ਗਵਾਈਏ ਨਾ। ਅਸੀਂ ਬਹੁਤ ਕੁਛ ਗਵਾ ਲਿਆ। ਅਸੀਂ 84 ਦੇ ਵਿੱਚ ਆਪਣੀ ਕਾਬਲ ਲੀਡਰਸ਼ਿਪ ਗਵਾ ਲਈ ਆ। ਮੈਂ ਬਹੁਤਾ ਪਿੱਛੇ ਤਾਂ ਨਹੀਂ ਜਾਊਂਗੀ। ਭਾਵੇਂ ਕਿ ਇਸ ਕੌਮ ਦੇ ਕੋਲ ਹੀਰਿਆਂ ਦੀ ਘਾਟ ਨਹੀਂ ਹੈ, ਇੱਕ ਦੂ ਇੱਕ ਚੜ੍ਹੰਦੀ ਆ। ਗੁਰੂ ਮਹਾਰਾਜ ਨੇ ਇਸ ਕੌਮ ਨੂੰ ਬਹੁਤ ਬਲ ਬਖਸ਼ਿਆ, ਬਹੁਤ ਉੱਚੀਆਂ ਸਿਖਰਾਂ ਤੇ ਇਹਨਾਂ ਦਾ ਕਿਰਦਾਰ, ਇਹਨਾਂ ਦੀ ਜਿਹੜੀ ਬੁੱਧੀ ਹੈ, ਗੁਰੂ ਮਹਾਰਾਜ ਸਾਹਿਬ ਨੇ ਇੰਨਾ ਕੁੱਟ-ਕੁੱਟ ਕੇ ਜਜ਼ਬਾ ਇਹਨਾਂ ਦੇ ਵਿੱਚ ਭਰਿਆ ਕਿ ਇਹ ਜਿਹੜੀ ਕਤਾਰ ਹੈ ਜੁਝਾਰੂਆਂ ਦੀ, ਇਹ ਯੋਧਿਆਂ ਦੀ ਕਤਾਰ, ਇਹ ਕੌਮੀ ਅਣਖੀਲਿਆਂ ਦੀ ਕਤਾਰ ਕਦੇ ਖਤਮ ਨਹੀਂ ਹੋਣ ਵਾਲੀ। ਇਹ ਲੰਬੀ ਕਤਾਰ ਹੈ। ਪਰ ਦੁੱਖ ਇਸ ਗੱਲ ਦਾ ਹੁੰਦਾ, ਜਿਵੇਂ ਮੰਚ ਤੋਂ ਪਹਿਲਾਂ ਵੀ ਕਿਹਾ ਗਿਆ, ਕਿ ਆਖਰ ਕਦੋਂ ਤੱਕ। ਅਸੀਂ ਇਹ ਵੀ ਪੜਚੋਲ ਕਰਨ ਦੇ ਵਿੱਚ ਅੱਜ ਤੱਕ ਕਾਮਯਾਬ ਨਹੀਂ ਹੋਏ ਕਿ ਜੂਨ 1984 ਦੀਆਂ ਘਟਨਾਵਾਂ ਨੇ, ਸ਼ਹਾਦਤਾਂ ਨੇ ਕੌਮ ਦਾ ਗ੍ਰਾਫ ਟੌਪ ਤੇ ਲੈ ਆਂਦਾ ਸੀ, ਜਿਹੜਾ ਅਸੀਂ ਉਹਨੂੰ ਨਿਵਾਣ ਵੱਲ ਕਿੰਨੀ ਤੇਜ਼ੀ ਨਾਲ ਪਿਛਲੇ 37 ਸਾਲਾਂ ਵਿੱਚ ਲੈ ਕੇ ਆਏ। ਕਦੀ ਅਸੀਂ ਇਸ ਚੀਜ਼ ਦਾ ਵੀ ਵਿਸ਼ਲੇਸ਼ਣ ਕਰਨ ਦਾ ਯਤਨ ਨਹੀਂ ਕੀਤਾ। ਸਾਡਾ ਇਤਿਹਾਸ ਅਜਿਹੀਆਂ ਘਟਨਾਵਾਂ ਦੇ ਨਾਲ, ਜਾਗਦੀਆਂ ਘਟਨਾਵਾਂ ਦੇ ਨਾਲ ਭਰਿਆ ਪਿਆ, ਜਿੱਥੋਂ ਸਾਨੂੰ ਸਬਕ ਸਿੱਖਣ ਦੀ ਲੋੜ ਵੀ ਕਈ ਵਾਰੀ ਮਹਿਸੂਸ ਹੁੰਦੀ ਹੈ। ਐਗਜ਼ਾਮਪਲ ਦੇ ਤੌਰ ਤੇ ਜਦੋਂ ਹਿਟਲਰ ਨੇ ਯਹੂਦੀਆਂ ਦੀ ਕੌਮ ਨੂੰ ਖਤਮ ਕਰਨ ਦਾ ਤਹੱਈਆ ਕਰ ਲਿਆ, ਗੈਸ ਚੈਂਬਰਾਂ ਦੇ ਵਿੱਚ ਪਾ ਪਾ ਕੇ ਯਹੂਦੀ ਖਤਮ ਕਰਨੇ ਸ਼ੁਰੂ ਕਰ ਦਿੱਤੇ, ਸਾੜ ਦਿੱਤੇ। ਤੇ ਜਿਹੜੇ ਇਹ ਕੁਦਰਤੀ ਹੈ ਕਿ ਜਦੋਂ ਕੌਮ ਤੇ ਇੰਨਾ ਤਰੱਦਦ, ਇੰਨਾ ਤਸ਼ੱਦਦ, ਇੰਨੇ ਅਣਮਨੁੱਖੀ ਤਸੀਹੇ ਘਾਣ ਕੀਤਾ ਜਾਂਦਾ, ਉਹਨਾਂ ਦਾ ਖੂਨ ਵਹਾਇਆ ਜਾਂਦਾ, ਤਾਂ ਜਿਹੜੀ ਥੋੜੀ ਜਿਹੀ ਕੌਮ ਬਚ ਜਾਂਦੀ ਹੈ, ਉਹ ਫਿਰ ਆਪਣੇ ਆਪ ਨੂੰ ਬਚਾਉਣ ਲਈ ਯਤਨਸ਼ੀਲ ਹੋਣਾ ਸੁਭਾਵਿਕ ਹੈ, ਕੁਦਰਤੀ ਹੈ। ਤਾਂ ਉਹ ਜਦੋਂ ਜਿਹੜੀ ਥੋੜੇ ਮੁੱਠੀ ਭਰ ਯਹੂਦੀ ਬਚ ਗਏ ਸੀ ਇੰਨੇ ਤਸ਼ੱਦਦ ਤੋਂ ਬਾਅਦ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਆਪਣੇ ਨੁਕਸਾਨ ਲਈ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਉਹਨਾਂ ਨੂੰ ਦੇ ਐਕਸਪੈਕਟਡ ਵੀ ਇਹ ਨੈਚੁਰਲੀ ਹਿਟਲਰ ਦਾ ਨਾਮ ਲੈਣਗੇ, ਵਿਰੋਧੀ ਦਾ ਨਾਮ ਲੈਣਗੇ। ਜਿਵੇਂ ਅਸੀਂ ਕਹਿੰਦੇ ਆ ਵੀ ਕਾਂਗਰਸ ਸਾਡੀ ਕਾਤਲ ਹੈ, ਕੋਈ ਸ਼ੱਕ ਨਹੀਂ। ਕਦੇ ਵੀ ਬੀਜੇਪੀ ਸਾਡੀ ਨਹੀਂ ਬਣ ਸਕਦੀ, ਕੋਈ ਸ਼ੱਕ ਨਹੀਂ। ਸਾਡੀਆਂ ਰਾਜਸੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਦਲ ਨੇ, ਉਹ ਸਾਡੇ ਗਦਾਰ ਨੇ, ਉਹ ਸਾਡੇ ਨਹੀਂ ਬਣ ਸਕਦੇ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਦੇ ਐਕਸਪੈਕਟ ਵੀ ਹੋਣੇ ਯਹੂਦੀ ਬੱਚੇ, ਜਿਹੜੇ ਬੱਚੇ ਨੇ, ਇਹੀ ਬੋਲਣਗੇ। ਪਰ ਉਹਨਾਂ ਦੇ ਉਹ ਤਪ ਚੁੱਕੇ ਸੀ, ਉਹ ਹੰਡ ਚੁੱਕੇ ਸੀ, ਉਹ ਦੇਖ ਚੁੱਕੇ ਸੀ ਵਾਰ-ਵਾਰ। ਤੇ ਫਿਰ ਉਹਨਾਂ ਦੇ ਵਿੱਚੋਂ ਕਿਸੇ ਸੁਹਿਰਦ ਨੌਜਵਾਨ ਨੇ ਇਹ ਜਵਾਬ ਦਿੱਤਾ ਸੀ ਕਿ ਸਾਡੀ ਬੁੱਢੀ ਲੀਡਰਸ਼ਿਪ ਇਸ ਚੀਜ਼ ਦੀ ਜ਼ਿੰਮੇਵਾਰ ਆ ਸਾਡੇ ਘਾਣ ਘਣਾਉਣ ਦੀ। ਅਸੀਂ ਹਿਟਲਰ ਨੂੰ ਆਪਣਾ ਕਾਤਲ ਨਹੀਂ ਮੰਨਦੇ ਹਾਂ। ਸਾਡੀ ਆਪਣੀ ਲੀਡਰਸ਼ਿਪ, ਸਾਡੇ ਆਪਣੇ ਬੰਦੇ, ਜਿਨ੍ਹਾਂ ਨੇ ਸਾਨੂੰ ਵਾਰ-ਵਾਰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਨਹੀਂ ਅਸੀਂ ਤਾਂ ਬਹੁਤ ਥੋੜੇ, ਅਸੀਂ ਨਹੀਂ ਲੜ ਸਕਦੇ, ਅਸੀਂ ਕਮਜ਼ੋਰ ਹਾਂ, ਅਸੀਂ ਹਿਟਲਰ ਦੇ ਅੱਗੇ ਨਹੀਂ ਲੜ ਸਕਦੇ, ਅਸੀਂ ਉਹਦੇ ਅੱਗੇ ਹਥਿਆਰ ਨਾ ਚੁੱਕੀਏ। ਤੇ ਇਹਨਾਂ ਨੇ ਵਾਰ-ਵਾਰ ਸਾਡੇ ਹੌਸਲੇ ਪਸਤ ਕੀਤੇ ਤੇ ਸਾਡਾ ਇਹ ਹਾਲ ਹੋਇਆ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਅਸੀਂ ਸੈਲਫ ਡਾਇਗਨੋਜ਼ ਕਰੀਏ, ਐਨਾਲਿਸਿਸ ਕਰੀਏ, ਆਪਾ ਪੜਚੋਲ ਕਰੀਏ, ਸਵੇ ਪੜਚੋਲ ਕਰੀਏ, ਕਿੱਥੇ ਉਹ ਕਿਰਦਾਰ ਤੇ ਅਸੀਂ ਕਿੱਥੇ ਆ ਗਏ ਹਾਂ। ਤੇ ਸਰਕਾਰਾਂ ਨੂੰ ਤਾਂ ਚਾਹੀਦਾ ਹੀ ਹੁੰਦਾ ਕਿ ਸਾਡੀਆਂ ਕੋਈ ਗਲਤੀਆਂ ਅਸੀਂ ਮੂੰਹ ਤੋਂ ਕਰੀਏ, ਅਸੀਂ ਕੋਈ ਗਲਤੀਆਂ ਦੁਹਰਾਈਏ ਤੇ ਉਸ ਕਮਜ਼ੋਰੀਆਂ ਦਾ ਫਾਇਦਾ ਉਹ ਸਾਨੂੰ ਖਰੀਦ ਲੈਣ, ਉਹ ਸਾਨੂੰ ਨਸ਼ਿਆਂ ਚ ਲਾ ਦੇਣ, ਉਹ ਸਾਡੇ ਵਿਦਿਅਕ ਢਾਂਚੇ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕਰ ਦੇਣ, ਸਾਡਾ ਧਰਮ ਬਦਲ ਦੇਣ, ਸਾਡੀਆਂ ਕਲਮਾਂ ਦੀਆਂ ਨੋਕਾਂ ਭੋਰ ਦੇਣ। ਇਹ ਤਾਂ ਫਿਰ ਸਰਕਾਰਾਂ ਦਾ ਕੰਮ ਹੀ ਹੈ, ਇਹ ਤਾਂ ਉਹਨਾਂ ਨੇ ਕਰਨਾ ਹੀ ਹੈ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਸਿਲੈਕਸ਼ਨ ਤੇ ਆਪਣੀ ਇਲੈਕਸ਼ਨ ਦਾ ਤਰੀਕਾ, ਜਿਹੜਾ ਸਾਡੀ ਬੌਧਿਕਤਾ ਤੇ ਜਿਹੜਾ ਪ੍ਰੋਟੋਕੋਲ ਭਾਰੀ ਹੋ ਗਿਆ, ਉਹਨੂੰ ਚੇਂਜ ਕਰਨਾ ਪਏਗਾ। ਔਰ ਇਹਨਾਂ ਦਿਹਾੜੀਆਂ ਨੂੰ, ਇਸ ਚਿੰਗ ਨੂੰ ਮੈਂ ਧੰਨਵਾਦੀ ਹਾਂ ਦਲ ਖਾਲਸਾ ਦੇ ਸਮੁੱਚੀ ਟੀਮ ਦੇ, ਕਿ ਇਹਨਾਂ ਨੇ ਘੱਟੋ ਘੱਟ ਇਹ ਯਤਨ ਕਰਕੇ ਸਾਨੂੰ ਇੱਕ ਮੰਚ ਤੇ ਖੜੇ ਹੋ ਕੇ ਸਾਡੇ ਅੰਦਰਲੇ ਸੁਣਨ ਦਾ ਯਤਨ ਕੀਤਾ, ਸਾਡੀ ਚੰਗਿਆੜੀ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਬੇਨਤੀ ਕਰਦੀ ਹਾਂ ਕਿ ਇਹ ਦਿਹਾੜੇ ਕੇਵਲ 5 ਜਾਂ 6 ਜੂਨ ਤੱਕ ਸੀਮਤ ਨਹੀਂ ਹੋਣੇ ਚਾਹੀਦੇ। ਇਹ ਵਿਚਾਰ, ਜੇ ਕੌਮਾਂ ਨੇ ਘਰ ਬਣਾਉਣਾ, ਜੇ ਵਾਕਈ ਅਸੀਂ ਇਸ ਗੱਲ ਪ੍ਰਤੀ ਸੁਹਿਰਦ ਹਾਂ, ਤਾਂ ਸਾਨੂੰ ਆਪਣੀ ਸੋਚ ਵਾਲੇ ਲੋਕਾਂ ਨੂੰ ਲੈ ਕੇ ਮਿਸਾਲਦਾਰ ਮਿਸਾਲ ਜਲਾਉਣੀ ਪਊਗੀ। ਇੱਕ ਭਾਂਬੜ ਜਿਹੜਾ ਉਹ ਦਿਲ ਦੇ ਵਿੱਚ ਕਾਇਮ ਰੱਖਣਾ ਪੈਣਾ 24 ਘੰਟੇ ਕਿ ਅਸੀਂ ਬਹੁਤ ਕੁਝ ਗਵਾ ਲਿਆ ਤੇ ਹੁਣ ਸਾਡੀ ਲੀਡਰਸ਼ਿਪ ਕਿਸ ਤਰ੍ਹਾਂ ਦੀ ਹੋਵੇ, ਕੌਣ ਸਾਡਾ ਆਗੂ ਬਣੇ, ਕਿਹੜਾ ਉਸ ਪੈਮਾਨੇ ਦੇ ਵਿੱਚ ਪੂਰਾ ਫਿੱਟ ਬੈਠਦਾ। ਮਾਫ ਕਰਨਾ, ਅਸੀਂ ਇੱਥੋਂ ਬੜੇ ਵੱਡੇ ਵੱਡੇ ਵਾਅਦੇ ਕਰਕੇ ਚੱਲ ਜਾਣੇ, ਜਦੋਂ ਇਲੈਕਸ਼ਨ ਹੋਣੀ ਹੈ ਤੇ ਅਸੀਂ ਰਾਤੋਂ ਰਾਤ ਇੱਕ ਡਿਨਰ ਸੈੱਟ ਤੇ ਵਿਕਦੇ ਲੋਕ ਵੇਖੇ ਆ। ਮੈਂ ਇਸ ਤਰ੍ਹਾਂ ਅਸੀਂ ਕੇਵਲ ਸ਼ਬਦਾਂ ਦੀ ਜੰਗ ਤੱਕ ਹੀ ਸੀਮਤ ਰਹਿ ਗਏ। ਇਸ ਚੀਜ਼ ਨੇ ਸਾਡੇ 37 ਵਰ੍ਹੇ ਖਰਾਬ ਕਰ ਦਿੱਤੇ। ਸਾਨੂੰ ਲੋੜ ਹੈ ਸਾਡੀਆਂ ਡਿਸੀਜ਼ਨ ਮੇਕਿੰਗ ਚੇਅਰਸ
ਸ਼੍ਰੋਮਣੀ ਕਮੇਟੀ ਕਿਹਨਾਂ ਦੀ ਹੈ? ਸਾਡੀ ਹੈ। ਉਹ ਵੱਖਰੀ ਗੱਲ ਹੈ ਕਿ ਉਹਦੇ ਉੱਤੇ ਅੱਜ ਕਿਸੇ ਧਿਰ ਦਾ ਕਬਜ਼ਾ ਹੋ ਸਕਦਾ, ਕੱਲ ਕਿਸੇ ਹੋਰ ਦਾ ਹੋ ਸਕਦਾ, ਬੰਦੇ ਮਾੜੇ ਹੋ ਸਕਦੇ ਆ। ਸੰਸਥਾਵਾਂ ਸਾਡੀਆਂ ਨੇ। ਇਹਨਾਂ ਗੁਰਧਾਮਾਂ ਲਈ ਸਾਡੇ ਸਿੱਖਾਂ ਨੇ ਖੂਨ ਡੋਲੇ ਨੇ, ਸੰਘਰਸ਼ ਕੀਤੇ ਨੇ, ਮੋਰਚੇ ਲਾਏ ਨੇ। ਸਾਨੂੰ ਅਸੀਂ ਜ਼ਿੰਮੇਵਾਰ ਉਹਨਾਂ ਲੋਕਾਂ ਨੂੰ ਉਸ ਕੁਰਸੀਆਂ ਤੇ ਬਿਠਾਉਣ ਦੇ ਅਸੀਂ ਜ਼ਿੰਮੇਵਾਰ ਹੈ। ਅਸੀਂ ਵੋਟ ਦੀ ਤਾਕਤ ਨਾਲ ਉਹਨਾਂ ਨੂੰ ਉੱਥੇ ਭੇਜਿਆ। ਸਾਨੂੰ ਆਪਣੇ ਆਪ ਨੂੰ ਐਨਾਲਿਸਿਸ ਕਰਕੇ ਸਾਡੀ ਲੀਡਰਸ਼ਿਪ ਚੁਣਨ ਦਾ ਜਿਹੜਾ ਪ੍ਰੋਟੋਕੋਲ ਹੈ, ਸਿਲੈਕਸ਼ਨ ਤੇ ਇਲੈਕਸ਼ਨ ਦੇ ਉੱਤੇ ਪੁਨਰ ਵਿਚਾਰਾਂ ਕਰਨੀਆਂ ਹੋਣਗੀਆਂ। ਮੇਰੀ ਹੱਥ ਜੋੜ ਕੇ ਬੇਨਤੀ ਹੈ, 6 ਜੂਨ ਵਾਲੇ ਦਿਨ ਸਾਡਾ ਘਰ ਹੈ, ਸਾਡਾ ਉਸ ਤੋਂ ਵੱਡਾ ਮੱਕਾ ਹੀ ਕੋਈ ਨਹੀਂ। ਅਕਾਲ ਤਖਤ ਸਾਹਿਬ ਤੇ ਐਜੀਟੇਸ਼ਨ ਕਰਨਾ, ਉੱਥੇ ਖੂਨ ਖੋਲਣਾ ਸੁਭਾਵਕ ਆ, ਸਾਡਾ ਰੋਜ਼ ਖੋਲਦਾ। ਮੈਂ ਕਹਿੰਦੀ ਹਰ ਸਿੱਖ ਦਾ ਐਵੇਂ ਹੀ ਖੋਲਣਾ ਚਾਹੀਦਾ। ਮੈਨੂੰ ਯਾਦ ਨੇ ਉਹ ਸ਼ਬਦ ਕਿ 84 ਤੋਂ ਬਾਅਦ ਜਦੋਂ ਸਾਡਾ ਪਰਿਵਾਰ ਸਾਰਾ ਖਿਲਰ ਗਿਆ, ਕੋਈ ਪਤਾ ਨਹੀਂ ਸੀ ਕੌਣ ਬੱਚਾ ਹੈ, ਮਦਰ ਬੱਚੇ ਹੈ, ਸਿਸਟਰ ਬੱਚੀ ਹੈ, ਬ੍ਰਦਰ ਦਾ ਜਨਮ ਬਾਅਦ 'ਚ ਹੋਇਆ, ਮੇਰੇ ਦਾਦੀ ਜੀ ਕਿਤੇ ਸਾਨੂੰ ਲੱਭਦੇ ਫਿਰਦੇ ਆ, ਮੇਰੇ ਮਾਮਾ ਜੀ ਵੀ ਇੱਕ ਮੇਰੇ ਫਾਦਰ ਸਾਹਿਬ ਦੇ ਨਾਲ ਸ਼ਹੀਦ ਹੋਏ, ਮੇਰੇ ਨਾਨਕੇ ਪਰਿਵਾਰ ਨੂੰ ਵੀ ਗੋਲੀ ਦਾ ਆਰਡਰ ਹੈ, ਕੋਈ ਘਰ ਨਹੀਂ, ਕੋਈ ਬਾਹਰ ਨਹੀਂ, ਸਮਝ ਨਹੀਂ ਆਉਂਦੀ ਕਿੱਥੇ ਜਾਈਏ। ਜੇ ਹਾਲਾਤਾਂ ਦੇ ਵਿੱਚ ਜਦੋਂ ਥੋੜ੍ਹਾ ਜਿਹਾ ਪਤਾ ਲੱਗਿਆ ਕਿ ਮੇਰੇ ਮਦਰ ਜਿੰਦਾ ਨੇ, ਅਸੀਂ ਉਹਨਾਂ ਨੂੰ ਮਿਲੇ ਤਾਂ ਮੇਰੇ ਦਾਦੀ ਜੀ ਨੂੰ ਕਿਸੇ ਨੇ ਕਿਹਾ ਵੀ ਮਾਤਾ ਜੀ ਐਂ ਲੱਗਦਾ ਜਿਵੇਂ ਪਾਕਿਸਤਾਨ ਨਾਲ ਨਾ ਜੰਗ ਲੱਗ ਜਾਣੀ ਹੈ, ਮਾਹੌਲ ਇਸ ਤਰ੍ਹਾਂ ਦੇ ਬਣੇ ਹੋਏ ਆ। ਉਹ ਸ਼ਬਦ ਨਾ ਮੇਰੇ ਕੰਨਾਂ 'ਚ ਗੂੰਜਦੇ, ਸ਼ੀ ਸੈਡ ਬਈ ਸਾਡੇ ਭਾ ਦੀ ਤਾਂ 6 ਜੂਨ ਦੀ ਜੰਗ ਲੱਗੀ ਆ। ਸਾਨੂੰ ਹੁਣ ਇਹਨਾਂ ਜੰਗਾਂ ਜੁੰਗਾਂ ਨਾਲ ਕੋਈ ਫਰਕ ਨਹੀਂ ਪੈਂਦਾ। ਸਾਧ ਸੰਗਤ ਜੀ, ਇਹ ਚਿਣਗ ਬਲਦੀ ਰੱਖੀਏ। ਇਹ ਚਿਣਗ ਹੀ ਦੂਜੀ ਚਿਣਗ ਜਗਾਏਗੀ ਤੇ ਫਿਰ ਮਸ਼ਾਲ ਨਾਲ ਇੱਕ ਦਿਨ ਇਹੋ ਜਿਹਾ ਭਾਂਬੜ ਬਲੂਗਾ ਵੀ ਸਰਕਾਰਾਂ ਤੇ ਜ਼ਾਲਮ ਤੇ ਗਦਾਰ ਇਹਦੇ ਵਿੱਚ ਸੜ ਕੇ ਸਵਾਹ ਹੋ ਜਾਣਗੇ। ਅੰਤ ਤੇ ਮੈਂ ਇੱਕ ਨਾਰਾ ਬੋਲੂੰਗੀ, ਤੁਸੀਂ ਸਾਰਿਆਂ ਨੇ ਮਗਰ ਬੋਲਣਾ, ਜੋ ਮੇਰੇ ਦਾਦਾ ਜੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਦੇ ਬੋਲਿਆ ਕਰਦੇ ਸੀ। ਜੇ ਅਸੀਂ ਉਹਨਾਂ ਦੀਆਂ ਲੈਣਾ ਤੇ ਹੀ ਪਹਿਰਾ ਦੇ ਦਈਏ ਤਾਂ ਇਹ ਜਿਹੜੇ ਆਪੂ ਬਣੇ ਲੀਡਰ ਕੌਮ ਦੀ ਅਗਵਾਈ ਕਰ ਰਹੇ ਨੇ, ਇਹਨਾਂ ਨੂੰ ਭੱਜਣਾ ਕੋਈ ਔਖੀ ਗੱਲ ਨਹੀਂ ਹੋਣੀ। ਇਹਨਾਂ ਨੇ ਤਾਂ ਭੱਜ ਜਾਣਾ ਜਦੋਂ ਅਸੀਂ ਆਪਣੇ ਸਟੈਂਡ ਤੇ ਕਾਇਮ ਹੋ ਗਏ। ਸੋ ਮੈਂ ਬਹੁਤੀਆਂ ਵਿਚਾਰਾਂ ਵਿੱਚ ਨਹੀਂ ਪੈਣਾ। ਵੱਲ ਸੀ, ਸ਼ਾਇਦ ਕੋਈ ਤੁਸੀਂ ਉਹਨਾਂ ਨਾਲ ਸਹਿਮਤ ਨਾ ਵੀ ਹੋ, ਪਰ ਮੈਂ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਹੈ। ਸੋ ਮੈਂ ਨਾਰਾ ਲਾਉਣੀ ਆ, ਤੁਸੀਂ ਸਾਰਿਆਂ ਨੇ ਉਹਦੇ ਮਗਰ ਬੋਲਣਾ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜੋ ਲਰੇ ਦੀਨ ਕੇ हेत सूरा सोई, सूरा सोई। जो लड़े दीन के हेत सूरा सोई, सूरा सोई। पुरजा पुरजा कट मरे, पुरजा पुरजा कट मरे। पुरजा पुरजा कट मरे, पुरजा पुरजा कट मरे। कबू न छाड़े खेत सूरा सोई, सूरा सोई। जो लरे दीन के हेत सूरा सोई, सूरा सोई। जो लड़े दीन के हेत सूरा सोई, सूरा सोई। मेरी बेनती है कि रोज शाम ਨੂੰ ਆਪਣੇ ਪਰਿਵਾਰ ਵਿੱਚ ਬਹਿ ਕੇ 5 ਮਿੰਟ ਇਹਨਾਂ ਗੱਲਾਂ ਨੂੰ ਦੁਹਰਾ ਲਿਆ ਕਰੋ। ਖਾਲਿਸਤਾਨ ਦੂਰ ਨਹੀਂ, ਖਾਲਿਸਤਾਨ ਜ਼ਰੂਰ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।